ਸਿੱਖ ਚੈਨਲ ਦੇਖ ਰਹੀ यूके यूरोप ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं हरिंदर सिंह गिल ते प्रोग्राम करंट अफेयर दे विच देश विदेश की संगत का स्वागत है। सो खबरों के उत्ते चर्चा करांगे इस प्रोग्राम के विच ते मेरा साथ देंगे सीनियर पत्रकार सरदार जसबीर सिंह जी पट्टी। सो आओ उन्हां नाल फतेह की सांझ पाउंदिआं प्रोग्राम की शुरुआत करते हैं। पट्टी साहब वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। पट्टी साहब सब तो वड्डी खबर जिहड़ी अज दी है वो यही है कि नवजोत सिंह सिद्धू का अस्तीफा जिहड़ा दिता है उन्होंने उस दे उत्ते कई तरह के सियासी तूफान जिहड़े आ वो उठ रहे हैं। तुसीं की कहना चाहोगे इस अस्तीफे के उत्ते? नवजोत सिंह सिद्धू दे जिहड़ी असीं अस्तीफे की गल करते हैं जी, नवजोत सिंह सिद्धू ने अपना अस्तीफा 10 जून 2019 नूं दे दिता सी जी, लेकिन उन्होंने अस्तीफा जिहड़ा पंजाब के मुख मंत्री या राजपाल नूं भेजण दी बजाए उन्हां अपने नैशनल प्रेजिडेंट नूं भेजिआ। ਤੁਹਾਨੂੰ पता होएगा भी जो नैशनल प्रेजिडेंट राहुल गांधी आ उन्होंने भी 25 मई ਨੂੰ कहता सी भाई मैं प्रधान नहीं रहना, ਤੁਹਾਨੂੰ 1 ਮਹੀਨੇ का समा दिता जो जिहड़ा मर्जी प्रधान चुन लो तुसीं, क्यों गांधी परिवार तो बाहर चुन लो तुसीं जी। इस करके इन्हां 10 जून ਨੂੰ जे अस्तीफा दे दिता तो उस टाइम तो वो प्रधान सन, उन्होंने भी कोई डिसीजन नहीं लिया। उन्होंने एक ड्यूटी लाती अहमद पटेल की ਜਿਹੜੇ ਇਸ ਵੇਲੇ ਸਰਵੋਸਰਾ ਨੇ ਉਹਨਾਂ ਦੇ ਪਰਿਵਾਰ ਦੇ ਜੀ ਤੇ ਨਾਲ ਸੈਕਟਰੀ ਦੇ ਨਾਲ ਉਹਦੇ ਕੋਸ਼ਾਧਿਕਸ਼ ਵੀ ਨੇ, ਸਭ ਕੁਛ ਹੀ ਨੇ। ਉਹਨਾਂ ਦੀ ਡਿਊਟੀ ਲਾਤੀ ਵੀ ਤੁਸੀਂ ਜਿਹੜਾ ਸੀ ਨਵਜੋਤ ਸਿੱਧੂ ਦਾ ਮਾਮਲਾ ਜਿਹੜਾ ਕੈਪਟਨ ਨੂੰ ਬੁਲਾ ਕੇ ਨਿਬੇੜ ਦਿਓ। ਲੇਕਿਨ ਉਹਨਾਂ ਨੇ 2 ਵਾਰੀ ਕੋਸ਼ਿਸ਼ ਕੀਤੀ। ਇੱਕ ਵਾਰੀ ਕੈਪਟਨ ਸਾਹਿਬ ਦਿੱਲੀ ਗਈ ਉਦੋਂ ਕੀਤੀ, ਇੱਕ ਵਾਰੀ ਜਿਹੜੇ ਸੀ ਆਪਣੇ ਪਟੇਲ ਸਾਹਿਬ ਚੰਡੀਗੜ੍ਹ ਉਦੋਂ ਗੱਲ ਕੀਤੀ। ਲੇਕਿਨ ਇਹਨਾਂ ਨੇ ਮਨਾ ਕਰਤਾ ਵੀ ਮੈਂ ਇਹਨੂੰ ਉਹ ਮਹਿਕਮਾ ਨਹੀਂ ਦੇਣਾ ਜਿਹੜੇ ਮਹਿਕਮੇ ਦੀ ਇਹ ਗੱਲ ਕਰਦਾ ਵਾ, ਜਿਹੜਾ ਮਹਿਕਮਾ ਇਹਦੇ ਕੋਲ ਖੋਇਆ ਗਿਆ ਮੈਂ ਉੱਥੇ ਅੜਿਆ ਪੂਰਾ ਜੀ। ਹੁਣ ਇਹਨਾਂ ਜਦੋਂ ਅਸਤੀਫਾ ਦੇ ਦਿੱਤਾ, ਅਸਤੀਫਾ ਨਾ ਕਿਸੇ ਨੂੰ ਪਤਾ ਸੀ, ਸ਼ਾਇਦ ਆਪਾਂ ਜੇ ਕਿਤੇ ਮਾੜੀ ਵੱਡੀ ਗੱਲ ਦੀ ਵੀ ਚਰਚਾ ਵਾ ਜੀ ਵੀ ਸਿੱਧੂ ਸਾਹਿਬ ਨੇ ਅਸਤੀਫਾ ਦਿੱਤਾ। ਆਪਾਂ ਇਹ ਵੀ ਗੱਲ ਕਹੀ ਸੀ ਵੀ ਸਿੱਧੂ ਸਾਹਿਬ ਜਿਹੜੇ ਆ ਜਿਹੜੇ 440 ਵੋਟ ਦੇ ਬਿਜਲੀ ਦੇ ਕਰੰਟ ਤੋਂ ਵਾਲ-ਵਾਲ ਬਚੇ ਜੀ, ਕਿਉਂਕਿ ਸਿੱਧੂ ਸਾਹਿਬ ਜੇ ਕਿਤੇ ਆਪਣੇ ਚਾਰਜ ਲੈ ਦਿੰਦੇ ਬਾਦਲਾਂ ਤੇ ਕੈਪਟਨ ਕਹਿੰਦੇ ਰਲ ਕੇ ਸਿੱਧੂ ਦੇ ਤੱਪੜ ਰੋਲੇ ਸੀ। ਸਰਕਾਰ ਨੂੰ ਜਿੰਨੀਆਂ ਜਥੇਬੰਦੀਆਂ ਸਾਰੀਆਂ ਸਿੱਧੂ ਦੇ ਖਿਲਾਫ ਧਰਨੇ ਮੁਜ਼ਾਹਰੇ ਹੋਣੇ ਸੀ ਤੇ ਉਹਨੂੰ ਜਲੀਲ ਕਰਕੇ ਕੱਢਣਾ ਸੀ ਇਹਨਾਂ ਨੇ। ਸਿੱਧੂ ਸਾਹਿਬ ਨੇ ਚੰਗਾ ਕੀਤਾ, ਉਹ ਨਹੀਂ ਉਹਨਾਂ ਚਾਰਜ ਲਿਆ। ਹੁਣ ਇਹਨਾਂ ਨੇ ਕੀ ਕੀਤਾ ਵੀ ਜਿਹੜੀ ਜਦੋਂ ਨਵਜੋਤ ਸਿੰਘ ਸਿੱਧੂ ਬਾਰੇ ਲੋਕਾਂ ਦੀ ਚਰਚਾ ਸ਼ੁਰੂ ਕੀ ਵੀ ਬੰਦਾ ਵਧੀਆ ਜੀ, ਇਮਾਨਦਾਰ ਆਦਮੀ, ਉਹ ਕੰਮ ਕਰਨ ਵਾਲਾ ਬੰਦਾ, ਕਈ ਲੋਕਾਂ ਨੇ ਆਮ ਲੋਕਾਂ ਨੇ ਅਖਬਾਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ 'ਤੇ ਸੁਝਾਅ ਵੀ ਦਿੱਤੇ ਵੀ ਸਿੱਧੂ ਸਾਹਿਬ ਨੂੰ ਰਿਜ਼ਾਈਨ ਕਰਕੇ ਕਾਂਗਰਸ ਪਾਰਟੀ ਤੇ ਵੱਖਰੀ ਪਾਰਟੀ ਖੜੀ ਕਰਕੇ ਆਪਣੀ ਚੋਣ ਲੜਨੀ ਚਾਹੀਦੀ ਹੈ ਤਾਂ ਕਿ ਲੋਕ ਉਹਨਾਂ ਦਾ ਸਾਥ ਦੇਣਗੇ ਜੀ। ਹੁਣ ਕੀ ਕੀਤਾ ਇਹਨਾਂ ਨੇ ਵੀ ਜਦੋਂ ਕੈਪਟਨ ਸਾਹਿਬ ਨੇ ਵੇਖਿਆ ਵੀ ਮੇਰੀ ਕੋਈ ਬੰਦੇ ਟੁੱਟ ਸਕਦੇ ਨੇ, ਸਿੱਧੂ ਨਾਲ ਜਾ ਸਕਦੇ ਨੇ ਜੀ, ਉਹਨਾਂ ਇੱਕ ਚੋਗਾ ਸੁੱਟਿਆ 2.5 ਸਾਲ ਵੀ ਲਓ ਜੀ ਤੁਹਾਨੂੰ ਅਸੀਂ ਜਿਹੜੇ ਆ ਉਹ ਚੇਅਰਮੈਨੀਆਂ ਬਣਦੇ ਜੀ। ਤੇ ਪਹਿਲੇ ਫੇਜ਼ ਦੇ ਵਿੱਚ ਉਹਨਾਂ ਨੇ 7-8 ਚੇਅਰਮੈਨੀਆਂ ਵੰਡੀਆਂ, ਜਿਹਦੇ ਵਿੱਚ 2 ਚੇਅਰਮੈਨੀਆਂ ਜਿਹੜੀਆਂ ਸੀ ਅੰਮ੍ਰਿਤਸਰ ਦੇ ਹਿੱਸੇ ਚਾਹੀਏ, ਇੱਕ ਮਮਤਾ ਦੱਤਾ ਵਾ ਤੇ ਦੂਸਰਾ ਦਿਨੇਸ਼ ਬਸੀਆ ਜਿਹਨੂੰ ਸਥਾਨਕ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਦੇ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਲਗਾਇਆ ਗਿਆ। ਉਹਦਾ ਕਾਰਨ ਕੀ ਸੀ ਜੀ? ਜਦੋਂ 2017 ਦੀਆਂ ਇਲੈਕਸ਼ਨਾਂ ਹੋਣੀਆਂ ਸੀਗੀਆਂ ਉਦੋਂ ਪਹਿਲਾਂ ਕਿ ਜਿਹੜਾ ਦਿਨੇਸ਼ ਬਸੀ ਸੀ ਉਸੇ ਹਲਕੇ ਦਾ ਨੌਰਥ ਦਾ ਰਹਿਣ ਵਾਲਾ ਸੀ ਅੰਮ੍ਰਿਤਸਰ ਦਾ ਜੀ, ਉਹਨੇ ਮੰਗ ਕੀਤੀ ਸੀ ਟਿਕਟ ਦੀ। ਉਹਨੂੰ ਪਤਾ ਸੀ ਜੇ ਸਿੱਧੂ ਇੱਥੇ ਰਿਹਾ ਮੈਨੂੰ ਟਿਕਟ ਨਹੀਂ ਮਿਲਣੀ। ਉਹਨੇ ਫਿਰ ਰੱਜ ਕੇ ਸ਼ਿਕਾਇਤਾਂ ਕੀਤੀਆਂ ਸਿੱਧੂ ਦੀਆਂ ਵੀ ਇਹਨੂੰ ਟਿਕਟ ਨਾ ਦਿੱਤੀ ਜਾਵੇ, ਇਹਨੇ ਆਹ ਕੀਤਾ, ਇਹਨੇ ਉਹ ਕੀਤਾ, ਮੈਂ ਕੀਤਾ। ਲੇਕਿਨ ਹਾਈ ਕਮਾਂਡ ਨੇ ਟਿਕਟ ਜੀ ਸਿੱਧੂ ਨੂੰ ਦੇ ਦਿੱਤੀ ਜੀ। ਇਸ ਕਰਕੇ ਉਸ ਤੋਂ ਬਾਅਦ ਵੀ ਜਿਹੜਾ ਦਿਨੇਸ਼ ਬਸੀ ਸੀ ਉਹ ਸਿੱਧੂ ਦੇ ਖਿਲਾਫ ਬੋਲਦਾ ਰਿਹਾ ਤੇ ਹੁਣ ਸਿੱਧੂ ਦੇ ਖਿਲਾਫ ਕਾਰਵਾਈ ਕਰਨ ਦੀ ਖਾਤਰ ਦਿਨੇਸ਼ ਬਸੀ ਨੂੰ ਉਹਦਾ ਚੇਅਰਮੈਨ ਲਾਇਆ ਗਿਆ ਇੰਪਰੂਵਮੈਂਟ ਟਰਸਟ ਦਾ। ਜਦੋਂ ਲਾਇਆ ਗਿਆ ਤੇ ਇਕੱਲਾ ਲਾਇਆ ਹੀ ਨਹੀਂ ਗਿਆ ਕਿ ਜਦੋਂ ਲੋਕਲ ਮੰਤਰੀ ਜਾ ਕੇ ਉਹਨੂੰ ਆਪਣੀ ਗੱਦੀ ਤੇ ਬਿਠਾ ਦੇਣਗੇ, ਸੀਟ ਤੇ ਬਿਠਾ ਦੇਣਗੇ ਜੀ। 6 ਮੰਤਰੀ ਕੈਪਟਨ ਸਾਹਿਬ ਨੂੰ ਚੰਡੀਗੜ੍ਹੋਂ ਭੇਜੇ, ਜਾਓ ਵੀ ਬਸੀ ਸਾਹਿਬ ਨੂੰ ਬਿਠਾ ਕੇ ਉਹ ਸੀਟ ਦੇ ਉੱਤੇ, ਜੇ ਇੱਥੇ ਭੇਜੇ ਬਾਕੀ ਕੋਈ ਨਹੀਂ ਭੇਜੇ ਕਿਤੇ। ਉਹਦਾ ਕਾਰਨ ਇਹ ਹੋਇਆ ਸੀ ਵੀ ਸਿੱਧੂ ਨੇ ਨੀਵਾਂ ਦਿਖਾਉਣਾ ਜੀ, ਤੇ ਸਿੱਧੂ ਗੁੱਸੇਖੋਰ ਵੀ ਆ, ਸਿੱਧੂ ਅੜੀਵਾਲ ਵੀ ਆ। ਤੇ ਸਿੱਧੂ ਨੇ ਫਿਰ ਜਦੋਂ 13-14 ਨੂੰ ਬਿਠਾਇਆ ਤੇ ਨਾਲ ਹੀ ਉਹਨੇ ਆਪਣਾ ਅਸਤੀਫਾ ਦੇ ਦਿੱਤਾ, ਲਓ ਜੀ ਮੇਰਾ ਅਸਤੀਫਾ ਚੁੱਕੋ, ਤੁਸੀਂ ਅਸਤੀਫੇ ਦੀ ਗੱਲ ਉਹਦਾ ਟਵਿੱਟਰ ਤੇ ਪਾ ਦਿੱਤਾ ਤੇ ਮੁੱਖ ਮੰਤਰੀ ਦਾ ਬਿਆਨ ਆ ਗਿਆ ਵੀ ਸਾਡੇ ਕੋਲ ਤਾਂ ਅਸਤੀਫਾ ਨਹੀਂ ਆਇਆ। ਉਹਨੇ ਅੱਗੋਂ ਜਵਾਬ ਦਿੱਤਾ ਵੀ ਸ਼ਾਂਤੀ ਰੱਖੋ ਤੁਹਾਡੇ ਕੋਲ ਆ ਜਾਊਗਾ। ਹੁਣ ਅਸਤੀਫਾ ਅਜੇ ਤੇ ਮੈਂ ਸੋਚਦਾ ਵੀ ਅੱਜ ਦੀ ਡੇਟ ਦੇ 'ਚ ਵੀ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਮੰਤਰੀ ਆ
ਉਹਦਾ ਅਸਤੀਫਾ ਜੇ ਪਿਆ ਪ੍ਰਧਾਨ ਮੰਤਰੀ ਪਾਰਟੀ ਪ੍ਰਧਾਨ ਕੋਲੇ, ਉਹ ਪਾਰਟੀ ਪ੍ਰਧਾਨ ਕੋਲੇ ਉਹ ਅਸਤੀਫਾ ਜਾਂਦਾ ਜੇ ਉਹ ਕਾਂਗਰਸ ਪਾਰਟੀ ਛੱਡਣ। ਜਿਹੜਾ ਉਹਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਵਾ ਉਹ ਮੁੱਖ ਮੰਤਰੀ ਨੂੰ ਦੇਵੇ ਜਾਂ ਰਾਜਪਾਲ ਨੂੰ ਦੇਵੇ ਜੀ। ਰਾਜਪਾਲ ਨੂੰ ਦੇਣ ਦਾ ਮਤਲਬ ਵੀ ਰਾਜਪਾਲ ਨੇ ਅਸਤੀਫਾ ਦਾ ਮਨਜ਼ੂਰ ਕਰਨਾ ਹੁੰਦਾ। ਜੇ ਕਿਤੇ ਅਸਤੀਫਾ ਨਹੀਂ ਦਿੰਦੇ ਤੇ ਜਿਹੜਾ ਮੁੱਖ ਮੰਤਰੀ ਹੈ ਉਹ ਸਿਫਾਰਿਸ਼ ਕਰ ਸਕਦਾ ਵੀ ਇਹਨੂੰ ਡਿਸਮਿਸ ਕੀਤਾ ਜਾਵੇ, ਤਾਂ ਵੀ ਰਾਜਪਾਲ ਨੇ ਕਰਨਾ ਹੁੰਦਾ। ਉਹਦੀ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਾ। 1977 ਦੇ ਵਿੱਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਤੇ ਉਹਨਾਂ ਦੇ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਫਾਦਰ ਸਰਦਾਰ ਸੁਖਜਿੰਦਰ ਸਿੰਘ ਗਰੀ ਵਿੱਦਿਆ ਮੰਤਰੀ ਬਣੇ ਸੀ। ਕਿਸੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਜੀ ਤੇ ਮੰਤਰੀ ਜੀ ਖੜਕ ਪਈ, ਇਹਨਾਂ ਉਹਦੇ ਕੋਲ ਅਸਤੀਫਾ ਮੰਗ ਲਿਆ, ਉਹਦਾ ਮੈਂ ਨਹੀਂ ਦਿੰਦਾ। ਉਹਨਾਂ ਰਾਜਪਾਲ ਨੂੰ ਕਹਿ ਕੇ ਸੁਖਜਿੰਦਰ ਸਿੰਘ ਨੂੰ ਡਿਸਮਿਸ ਕਰਾਇਆ ਸੀ ਮੰਤਰੀਸ਼ਿਪ ਤੋਂ। ਇਸ ਕਰਕੇ ਮੈਂ ਸੋਚਦਾ ਵੀ ਸਿੱਧੂ ਸਾਹਿਬ ਨੇ ਅਸਤੀਫਾ ਦੇ ਦਿੱਤਾ ਜੀ, ਦਿੱਤਾ ਪ੍ਰਧਾਨ ਨੂੰ ਆ, ਅਜੇ ਰਾਜਪਾਲ ਨੂੰ ਨਹੀਂ ਦਿੱਤਾ। ਉਹ ਹੁਣ ਦਿੱਲੀ ਜਾ ਕੇ ਸਲਾਹ ਕਰਨਗੇ ਵੀ ਮੈਂ ਕੀ ਕਰਾਂ ਕੀ ਨਾ ਕਰਾਂ। ਲੇਕਿਨ ਉਹਨਾਂ ਦੇ ਇੰਨੇ ਅਸਤੀਫੇ ਆਉਣ ਨਾਲ ਹੀ ਇੱਕ ਹਲਚਲ ਸੋਸ਼ਲ ਮੀਡੀਆ ਦੇ ਉੱਤੇ, ਵੱਖ-ਵੱਖ TV ਚੈਨਲ ਦੇ ਉੱਤੇ, ਅਖਬਾਰਾਂ ਦੇ ਵਿੱਚ ਪੂਰੀ ਹਲਚਲ ਮੱਚੀ ਪਈ ਹੈ। ਅਤੇ ਜੇ ਉਹਨਾਂ 14 ਨੂੰ ਅਸਤੀਫਾ ਦਿੱਤਾ ਵਾ ਤੇ ਮੈਂ ਸੋਚਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੀ ਹੁਣ ਜਿਸ ਤਰੀਕੇ ਨਾਲ ਉਹਨਾਂ ਨੂੰ ਕਿਹਾ ਗਿਆ, ਆਪਣੇ ਬੈਂਸ ਰੱਖਿਆ ਵਾ, ਦੂਜੇ ਸਾਡੇ ਸੁਖਪਾਲ ਸਿੰਘ ਖਹਿਰਾ ਕਿਹਾ ਵਾ, ਤੇ ਟਕਸਾਲੀ ਵੀ ਮਨਾ ਨਹੀਂ ਕਰਨਗੇ ਜੀ। ਗਾਂਧੀ ਨੇ ਕਿਹਾ ਵੀ ਆਓ ਸਾਡੇ ਨਾਲੋਂ ਇੱਕ ਮੰਚ ਬਣਾਈਏ ਤੇ ਮੰਚ ਬਣਾ ਕੇ ਤੇ ਆਪਾਂ ਆਉਣ ਵਾਲੀਆਂ 2022 ਦੀਆਂ ਇਲੈਕਸ਼ਨ ਤੀਸਰੀ ਦਿਨ ਵਰਗੇ ਲੜੀਏ ਜੀ, ਲੜ ਕੇ ਤੇ ਤੁਹਾਨੂੰ ਮੁੱਖ ਮੰਤਰੀ ਬਣਾਈਏ ਜੀ। ਭੱਟੀ ਸਾਹਿਬ, ਇੱਕ ਅਹਿਮ ਮੀਟਿੰਗ ਕੱਲ੍ਹ ਬਾਘਾ ਸਰਹੱਦ ਦੇ ਉੱਤੇ ਵੀ ਹੋਈ ਆ, ਜਿਸ ਦੇ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਦੇ ਉੱਤੇ ਦੋਨਾਂ ਮੁਲਕਾਂ ਦੇ ਉੱਚ ਅਧਿਕਾਰੀਆਂ ਨੇ ਜਿਹੜੀ ਗੱਲਬਾਤ ਆ ਉਹ ਕੀਤੀ ਆ। ਸੋ ਉਸ ਨੂੰ ਲੈ ਕੇ ਕੀ ਕੁਝ ਨਿਕਲਿਆ ਵਾ, ਸਾਹਮਣੇ ਆਇਆ ਵਾ, ਕੀ ਕੋਈ ਪੋਜ਼ੀਟਿਵ ਚੀਜ਼ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਕਿ ਸੰਗਤਾਂ ਵਾਸਤੇ ਚੰਗੀ ਖਬਰ ਹੋਵੇ? ਵੇਖੋ ਜੀ, ਜਿਹੜੀ ਪਾਕਿਸਤਾਨ ਦੀ ਮੀਟਿੰਗ ਹੋਈ ਆ, ਉਸ ਮੀਟਿੰਗ ਦੇ ਵਿੱਚ ਪਾਕਿਸਤਾਨ ਸਰਕਾਰ ਨੇ ਸਾਬਤ ਕਰਤਾ ਵੀ ਅਸੀਂ ਹਰ ਹਾਲਤ ਦੇ ਵਿੱਚ ਤੁਹਾਨੂੰ ਲਾਂਘਾ ਦੇਣ ਲਈ ਤਿਆਰ ਹਾਂ। ਅਸੀਂ ਲਾਂਘਾ ਖੋਲ੍ਹਣਾ ਹੀ ਖੋਲ੍ਹਣਾ। ਪਹਿਲੀ ਮੰਗ ਇਹਨਾਂ ਨੇ ਇਹ ਰੱਖੀ ਵੀ ਭਾਈ ਇਹਦੇ 'ਤੇ ਵੀਜ਼ੇ ਦੀ ਲੋੜ ਨਹੀਂ, ਕਹਿੰਦੇ ਮਨਜ਼ੂਰ। ਦੂਜੀ ਲੋੜ ਕਹਿੰਦੇ ਜੀ ਤੇ 5000 ਰੋਜ਼ ਦਾ ਬੰਦਾ ਜਾਣਾ ਚਾਹੀਦਾ, ਕਹਿੰਦੇ ਮਨਜ਼ੂਰ ਜੀ। ਕਹਿੰਦੇ ਤੀਜੀ ਮੰਗ ਜੀ ਜਦੋਂ ਕੋਈ ਤਿਉਹਾਰ ਹੋਵੇ 10 ਜਾਣਾ ਚਾਹੀਦਾ, ਕਹਿੰਦੇ ਮਨਜ਼ੂਰ। ਉਹਨਾਂ ਨੇ ਕਿਤੇ ਵੀ ਨਹੀਂ ਕਿਹਾ ਵੀ ਤੁਹਾਡੀ ਮੰਗ ਅਸੀਂ ਮਨਜ਼ੂਰ ਨਹੀਂ ਕਰਦੇ। ਇੱਕ ਇਹਨਾਂ ਨੇ ਗੱਲ ਕੀਤੀ ਵੀ ਜਿਹੜਾ ਇਹ ਲਾਂਘਾ ਵਾ, ਜਦੋਂ ਕਿਤੇ ਸਾਡੇ ਬੰਦੇ ਉੱਥੇ ਜਾਣ ਮੱਥਾ ਟੇਕਣ ਵਾਸਤੇ, ਜਿਹੜੀਆਂ ਸਮਾਜ ਵਿਰੋਧੀ ਅੰਸਰ ਹੁੰਦੇ ਆ ਜੀ, ਜਿਹੜੇ ਖਾਲਿਸਤਾਨੀ ਹੋ ਗਏ ਜਾਂ ਅੱਤਵਾਦੀ ਹੋ ਗਏ, ਕਿਉਂਕਿ ਇਹੋ ਜਿਹਾ ਪ੍ਰਚਾਰ ਕਰਕੇ ਤੰਗ ਨਾ ਉਹਨਾਂ ਕੇ ਬਿਲਕੁਲ ਇਹੋ ਜਿਹੀ ਕੋਈ ਹਰਕਤ ਨਹੀਂ ਹੋਣ ਦਿੱਤੀ ਜਾਏਗੀ, ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾਏਗੀ। ਜੇ ਸਿੱਖ ਫਾਰ ਜਸਟਿਸ ਆ ਉਹਦੇ ਬਾਰੇ ਵੀ ਉਹਨਾਂ ਗੱਲ ਕੀਤੀ ਜੀ ਵੀ ਅਸੀਂ ਉੱਤੇ ਰੋਕ ਲਗਾਈ, ਤੁਸੀਂ ਵੀ ਰੋਕ ਲਗਾਏ। ਉਹਨਾਂ ਆਖਿਆ ਜਿਹੜਾ ਪੰਨੂ ਉਹ 'ਤੇ ਪਹਿਲਾਂ ਰੋਕ ਲਾਈ ਅਸੀਂ ਜੀ, ਉਹ ਨਹੀਂ ਆ ਸਕਦਾ, ਨਹੀਂ ਜਾ ਕੇ ਪ੍ਰਚਾਰ ਕਰ ਸਕਦਾ। ਬਾਕੀ ਜਿਹੜੀ ਰੋਕ ਲਾਉਣ ਦੀ ਗੱਲ ਕਰਦੇ ਹੋ ਅਸੀਂ ਸਰਕਾਰ ਨਾਲ ਗੱਲ ਕਰ ਲਾਂਗੇ, ਸਾਨੂੰ ਉਹ ਵੀ ਲਗਭਗ ਤੁਹਾਡੀ ਬਿਆਨ ਜਿਹੜੀ ਮਨਜ਼ੂਰ ਹੈਗੀ ਹੈ। ਮਤਲਬ ਵੀ ਉਹਨਾਂ ਨੇ ਪਾਕਿਸਤਾਨ ਵਾਲਿਆਂ ਨੇ ਸਾਰੀਆਂ ਮੰਗਾਂ ਮੰਨੀਆਂ ਇਹਨਾਂ ਦੀਆਂ, ਵੀ ਜਿਹੜੀ ਤੁਸੀਂ ਕਹਿੰਦੇ ਹੋ ਕੋਈ ਨਹੀਂ ਛੱਡੀ ਉਹਨਾਂ ਨੇ ਜੀ। ਇੱਕ ਪੁਲ ਦੀ ਗੱਲ ਚੱਲੀ ਸੀ ਜੀ, ਇਹਨਾਂ ਕਿਹਾ ਸੀ ਅਸੀਂ ਜਿਹੜਾ ਪੁਲ ਬਣਾ ਇਹਨਾਂ ਜੋੜ ਕੇ ਅੱਗੇ ਤੁਸੀਂ ਪੁਲ ਬਣਾ ਦਿਓ। ਉਹਨਾਂ ਕਿਹਾ ਜੀ ਸਮਾਂ ਥੋੜ੍ਹਾ, ਅਸੀਂ ਕੌਜ਼ਵੇ ਦੇ ਦਿਆਂਗੇ ਜੀ। ਕੌਜ਼ਵੇ ਇਹ ਹੁੰਦਾ ਵੀ ਜਿਹੜੇ ਇੱਥੇ ਪਾਣੀ ਵਗਦਾ ਉੱਥੇ ਦੇ ਸੈਂਫਲ ਲਾ ਕੇ ਉੱਤੇ ਮਿੱਟੀ ਪਾ ਕੇ ਘੁਮਾ ਦਿੱਤੀ ਜਾਂਦੀ। ਤੇ ਇਹ ਕਹਿੰਦੇ ਸੀ ਵੀ ਜੇ ਪਾਣੀ ਜ਼ਿਆਦਾ ਆ, ਡਾਫ ਲੱਗੀ ਤੇ ਇੰਡੀਆ ਵਾਲੇ ਪਾਸੇ ਫਲੱਡ ਹੋਏਗੀ। ਗੱਲ ਤਾਂ ਠੀਕ ਇਹਨਾਂ ਦੀ ਜੀ, ਲੇਕਿਨ ਉਹਨਾਂ ਕਿਹਾ ਜੀ ਹਾਲ ਦੀ ਕੜੀ ਤੁਸੀਂ ਖੁੱਲ੍ਹਣ ਦਿਓ ਤੇ ਅਸੀਂ ਇਹਦਾ ਜਿਹੜਾ ਕਰੀਬ ਜਿਹੜੀ ਆ 31 ਅਕਤੂਬਰ ਤੱਕ ਸਾਰਾ ਕੰਮ ਮੁਕੰਮਲ ਕਰਕੇ ਇੱਕ ਦੂਜੇ ਪਾਸੇ, ਤੇ ਉਸ ਤੋਂ ਬਾਅਦ ਉਦਘਾਟਨ ਕਰਕੇ ਤੇ ਜਿਹੜੀ 10 ਤਰੀਕ ਨੂੰ ਜੱਥੇ ਜਾਣੇ ਸ਼ੁਰੂ ਕਰ ਦੇਂਗੇ ਅਸੀਂ ਜੀ। ਤੇ ਉਹਨਾਂ ਨੇ ਕਿਹਾ ਹਾਲ ਦੀ ਘੜੀ ਬਣਾਵਾਂਗੇ, ਲੇਕਿਨ ਤੁਹਾਡੀ ਪੁਲ ਦੀ ਮੰਗ ਅਸੀਂ ਮੰਨ ਲਾਂਗੇ ਜੀ। ਅਗਲੀ ਗੱਲ ਜਿਹੜੀ ਬੰਦਸ਼ ਸੀ ਵੀ ਤੁਸੀਂ ਸਾਲ ਜੀਨੇ ਦੇਣ, ਇਹਨਾਂ ਕਿਹਾ ਨਹੀਂ ਜੀ ਸਾਡਾ ਹਰ ਰੋਜ਼ ਚਾਹੀਦੀ ਹੈ ਜੀ। ਉਹਨਾਂ ਕਿਹਾ ਮਨਜ਼ੂਰ ਜੀ, ਤੁਸੀਂ ਰੋਜ਼ ਬੰਦੇ ਲੈ ਕੇ ਆਓ, ਅਸੀਂ ਰੋਜ਼ ਦਰਸ਼ਨ ਕਰਾਵਾਂਗੇ, ਨਾ ਕੋਈ ਗੱਲ ਨਹੀਂ ਜੀ। ਮਤਲਬ ਪਾਕਿਸਤਾਨ ਇਸ ਵੇਲੇ ਪੂਰੀ ਤਰ੍ਹਾਂ ਦ੍ਰਿੜ ਹੈ ਵੀ ਅਸੀਂ ਲਾਂਘਾ ਖੋਲ੍ਹਣਾ। ਤੇ ਮੈਂ ਇਹ ਗੱਲ ਕਹੂੰਗਾ ਵੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਵੀ ਵਧਾਈ ਦੇ ਪਾਤਰ ਆ ਵੀ ਉਹਨਾਂ ਦੀ ਸਰਕਾਰ ਸਮੇਂ ਇਹ ਲਾਂਘਾ ਖੁੱਲ੍ਹਣ ਜਾ ਰਿਹਾ ਵਾ। ਬਿਲਕੁਲ, ਜੇ ਇਹ ਸਖਤੀ ਕਰਦੇ ਤੇ ਸ਼ਾਇਦ ਇਹ ਲਾਂਘਾ ਨਾ ਖੁੱਲ੍ਹਦਾ। ਗੋਪਾਲ ਸਿੰਘ ਚਾਵਲੇ ਦੀ ਗੱਲ ਕੀਤੀ ਜੀ, ਉਹਨਾਂ ਇੱਕ ਦਿਨ ਪਹਿਲਾਂ ਕਮੇਟੀ ਚੋਂ ਕੱਢ ਕੇ ਮਾਰਿਆ। ਜਿਹੜੀ ਇੱਥੇ ਕਮੇਟੀ ਗੱਲਬਾਤ ਕਰਨ ਵਾਸਤੇ ਸੀ ਉਹ ਚੋਂ ਕੱਢ ਕੇ ਬਾਹਰ ਮਾਰਿਆ। ਬਾਕੀ ਹੋਰ ਕੀ ਰਹਿ ਗਿਆ? ਮਤਲਬ ਪਾਕਿਸਤਾਨ ਨੇ ਖੁੱਲ੍ਹੇ ਦਿਨ ਨਾਲ ਲਾਂਘਾ ਖੁੱਲ੍ਹਣ ਦੀ ਗੱਲ ਕੀਤੀ ਹੈ ਜੀ। ਤਾਂ ਉਹਦਾ ਰਿਸਪੌਂਸ ਜਿਹੜੀ ਸਾਡੀ ਸਰਕਾਰ ਵੱਲੋਂ, ਪ੍ਰਧਾਨ ਮੰਤਰੀ ਜਿਹੜੇ ਮੋਦੀ ਸਾਹਿਬ ਵੱਲੋਂ ਆ, ਜਿਹੜੀ ਉਹਨਾਂ ਟੀਮ ਭੇਜੀ ਸੀ, ਉਹਨਾਂ ਵੀ ਕਾਫੀ ਰਿਸਪੌਂਸ ਦਿੱਤਾ ਤੇ ਕਾਫੀ ਹੱਦ ਤੱਕ ਮਸਲੇ, ਲਗਭਗ 90% ਮਸਲੇ ਸਾਡੇ ਕੱਲ੍ਹ ਹੱਲ ਹੋ ਚੁੱਕੇ ਨੇ। ਅਗਲੀ ਮੀਟਿੰਗ ਜਿਹੜੇ 10% ਰਹਿ ਗਏ
ਉਹ ਵੀ ਹੱਲ ਹੋ ਜਾਣਗੇ ਜੀ ਤੇ ਉਹ ਪੁਲ ਦੀ ਗੱਲ 'ਚ ਦੀ ਪੁਲ ਵੀ ਬਣ ਜਾਏਗਾ ਬਾਅਦ ਦੇ ਵਿੱਚ ਸੀ ਜੇ। ਬਿਲਕੁਲ ਤੇ ਇਹ ਜਿਹੜੀ ਕੌਜ਼ਵੇ ਦੇਖ ਕੇ ਤੇ ਮੇਰੇ ਖਿਆਲ ਇਹ ਹੁਣ ਲਗਭਗ ਰਸਤਾ ਕਲੀਅਰ ਹੋ ਗਿਆ ਵੀ ਲੰਘਾ ਖੁੱਲੇਗਾ ਜੀ। ਸੋ ਬਿਲਕੁਲ ਸੰਗਤਾਂ ਦੇ ਮਨਾਂ ਦੇ ਵਿੱਚ ਵੀ ਇਸ ਚੀਜ਼ ਦਾ ਥੋੜਾ ਜਿਹਾ ਇੱਕ ਮੈਂ ਹੋਰ ਗੱਲ ਕਰਦਾ ਜੀ ਜੀ ਉਹ ਗੱਲ ਰਹਿ ਗਈ। ਇੱਕ ਇਹਨਾਂ ਨੇ ਮੰਗ ਕੀਤੀ ਸੀ ਵੀ ਜਿਹੜਾ ਵੀਜ਼ੇ ਦੀ ਗੱਲ ਕਰਦੇ ਹੋ ਉਹਨਾਂ ਕਿਹਾ ਜੀ ਵੀਜ਼ੇ ਦੀ ਕੋਈ ਲੋੜ ਨਹੀਂ, ਲੇਕਿਨ ਅਜੇ ਤੱਕ ਇਹ ਫਿਕਸ ਨਹੀਂ ਹੈ ਵੀ ਉਹ ਆਪਣੀ ਆਇਡੈਂਟੀਫਿਕੇਸ਼ਨ ਕਿਹਦੇ ਨਾਲ ਲੈ ਕੇ ਆਏਗਾ। ਮੈਂ ਤਾਂ ਅੱਗੇ ਵੀ ਗੱਲ ਕੀਤੀ ਸੀ, ਨੇਪਾਲ ਦੇ ਵਿੱਚ ਤੁਸੀਂ ਜਾਂਦੇ ਹੋ, ਜਦੋਂ ਇੱਥੇ ਜਾਂਦੇ ਬਾਈ ਏਅਰ ਜਾਂਦੇ ਹੋ ਤੇ ਜਾ ਕੇ ਉੱਤਰਦੇ ਤੁਸੀਂ ਜਹਾਜ਼ ਦੇ ਉੱਤੇ ਜੀ ਤੁਹਾਨੂੰ ਤੁਸੀਂ ਆਪਣਾ ਜਿਹੜਾ ਵੋਟਰ ਕਾਰਡ ਵਿਖਾ ਦਿਓ ਜੀ ਉਹ ਤੁਹਾਨੂੰ ਅਲਾਉ ਕਰ ਦਿੰਦੇ ਆ। ਜੇ ਪਾਸਪੋਰਟ ਵਿਖਾ ਦਿਓ ਤਾਂ ਵੀ ਅਲਾਉ ਕਰ ਦਿੰਦੇ ਆ। ਮਤਲਬ ਉਹਨਾਂ 2 ਡਾਕੂਮੈਂਟਸ ਰੱਖੇ ਆ, ਪਾਸਪੋਰਟ ਤੇ ਵੋਟਰ ਕਾਰਡ। ਇਸੇ ਤਰ੍ਹਾਂ ਇਹ ਲੰਘ ਦੇ ਉੱਤੇ ਵੀ ਵੋਟਰ ਕਾਰਡ ਜਾਂ ਆਧਾਰ ਕਾਰਡ ਵਗੈਰਾ ਲਾ ਕੇ ਕੰਡੀਸ਼ਨ ਤੇ ਇਹ ਕੰਮ ਚੱਲ ਜਾਏਗਾ। ਜੀ 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 ਬਿਲਕੁਲ ਸੰਗਤਾਂ ਦੇ ਮਨ ਦੇ ਵਿੱਚ ਥੋੜਾ ਜਿਹਾ ਇਸ ਚੀਜ਼ ਨੂੰ ਲੈ ਕੇ ਡਰ ਬਣਿਆ ਹੋਇਆ ਸੀ, ਜਿਵੇਂ ਕਿ ਪਿਛਲੀ ਮੀਟਿੰਗ ਦੇ ਵਿੱਚ ਪੁਲ ਜਿਹੜਾ ਬਣਨਾ ਸੀਗਾ ਉਸ ਨੂੰ ਲੈ ਕੇ ਥੋੜੀ ਜਿਹੀ ਦਿੱਕਤ ਜਿਹੜੀ ਆ ਉਹ ਸਾਹਮਣੇ ਪੇਸ਼ ਆਈ ਸੀਗੀ। ਪਰ ਕੱਲ ਦੀ ਮੀਟਿੰਗ ਤੋਂ ਬਾਅਦ ਦੇ ਵਿੱਚ ਰਾਹਤ ਦੀ ਗੱਲ ਇਹ ਆ ਕਿ ਤਕਰੀਬਨ 80% 90% ਮੰਗਾਂ ਜਿਹੜੀਆਂ ਆ ਉਹਨਾਂ ਨੇ ਮਨਜ਼ੂਰ ਕਰ ਲਈਆਂ ਨੇ ਤੇ ਜਿਹੜੀ ਅਗਲੀ ਹੋਣ ਵਾਲੀ ਮੀਟਿੰਗ ਹੈ ਉਸ ਦੇ ਵਿੱਚ ਵੀ ਜਿਹੜੇ ਰਹਿੰਦੇ ਕੰਮਕਾਜ ਆ ਉਹਨਾਂ ਦੇ ਉੱਤੇ ਵੀ ਗੱਲਬਾਤ ਹੋ ਕੇ ਉਹ ਵੀ ਮੁਕੰਮਲ ਜਿਹੜੇ ਆ ਉਹ ਕਰ ਲਏ ਜਾਣਗੇ। ਸੋ ਪੱਟੀ ਸਾਹਿਬ, ਮਨਜਿੰਦਰ ਸਿੰਘ ਸਿਰਸਾ ਦਾ ਨਵਜੋਤ ਸਿੰਘ ਸਿੱਧੂ ਦੇ ਉੱਤੇ ਇੱਕ ਬਿਆਨ ਆਇਆ ਆ, ਉਹ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਅਜਿਹਾ ਬਿਆਨ ਜਿਹੜਾ ਹੈ ਉਸ ਨੂੰ ਕਰਤਾਰਪੁਰ ਲਾਂਘੇ ਨਾਲ ਜੋੜ ਕੇ ਜਿਹੜਾ ਆ ਉਹ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨੂੰ ਦੇਖਣਾ ਚਾਹੀਦਾ ਜਾਂ ਕੀ ਇਹ ਬੇਤੁਕਾ ਜਿਹਾ ਇੱਕ ਬਿਆਨ ਆਇਆ? ਜਿਹੜਾ ਮਨਜਿੰਦਰ ਸਿੰਘ ਸਿਰਸਾ ਜੀ ਉਹ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਾ ਉਹ ਜਨਰਲ ਸੈਕਟਰੀ ਹੈ ਬਾਦਲ ਦਾ ਜੀ, ਤੇ ਬਾਦਲ ਸਾਹਿਬ ਸੁਖਬੀਰ ਸਿੰਘ ਬਾਦਲ ਹੋਣਾ ਦਾ ਉਹ ਸੱਜਾ ਲੈਫਟੀਨੈਂਟ ਜੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦਾ ਪ੍ਰਧਾਨ ਜਿਹੜਾ ਉਹ ਬੜੇ ਜ਼ੋਰ ਨਾਲ ਬਣਿਆ ਵਾ, ਬੜੇ ਧੱਕੇ ਨਾਲ ਬਣਿਆ ਵਾ। ਔਰ ਮੇਰਾ ਖਿਆਲ ਦਿੱਲੀ ਕਮੇਟੀ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਜੇ ਆਪਾਂ ਜਾਤੀਵਾਦ ਦੀ ਗੱਲ ਕਰੀਏ ਤਾਂ ਪਹਿਲੀ ਵਾਰੀ ਜੱਟ ਕੋਈ ਪ੍ਰਧਾਨ ਬਣਿਆ ਉੱਥੇ। ਹੁਣ ਸਰਸੇ ਨੇ ਇਹ ਗੱਲ ਕਹੀ ਵੀ ਇੱਕ ਪਾਸੇ ਬਾਰਡਰ ਦੇ ਉੱਤੇ ਸਾਡੀ ਗੱਲਬਾਤ ਚੱਲਦੀ ਰਾਂਗੇ ਦੇ ਉੱਤੇ, ਦੂਜੇ ਪਾਸੇ ਸਿੱਧੂ ਨੇ ਅਸਤੀਫਾ ਦੇ ਕੇ ਉਹਨੂੰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ, ਤਾਂ ਕਿ ਉਹਨੂੰ ਪੂਰੀ ਕਵਰੇਜ ਨਾ ਮਿਲ ਸਕੇ। ਤੇ ਮੈਂ ਸੋਚਦਾ ਵੀ ਸਿਰਸਾ ਸਾਹਿਬ ਕਿਉਂ ਹਾਸੇ ਉਹਨੇ ਬਿਆਨ ਦੇ ਕੇ ਆਪਣੀ ਤੁਸੀਂ ਆਪ ਖਲੀ ਡਾਉਂਦੇ ਹੋ ਜੀ, ਇਹਦੇ ਨਾਲ ਕੀ ਜੁੜਦਾ ਉਹਨਾਂ ਦਾ? ਉਹਨਾਂ ਦਾ ਤਾਂ ਇਹ ਸੀ ਵੀ ਜਦੋਂ ਬਸੀ ਨੂੰ ਉਹਦੇ ਵਿਰੋਧੀ ਨੂੰ ਇਹਨਾਂ ਨੇ ਉਹਨੂੰ ਪੁੱਛਿਆ ਤੋਂ ਬਗੈਰ ਚੇਅਰਮੈਨ ਲਾਤਾ, ਜਿੰਨੇ ਮੇਅਰ ਬਣਾਇਆ ਸਾਰੇ ਮੇਅਰ ਜਿਹੜੇ ਸਿੱਧੂ ਤੋਂ ਬਗੈਰ ਪੁੱਛਣ ਤੋਂ ਬਗੈਰ, ਜੋ ਮੰਤਰੀ ਉਹ ਸੀਗਾ ਕਿਸੇ ਨੂੰ ਪੁੱਛਿਆ ਨਹੀਂ ਗਿਆ ਜੀ। ਉਸ ਰੋਸ ਵਜੋਂ ਉਹਨੇ ਕਿਹਾ ਲੈ ਭਾਈ ਜੇ ਤੁਸੀਂ ਇਹ ਕੀਤਾ ਤੇ ਮੈਂ ਆਹ ਕਰ ਦਿੱਤਾ, ਉਹਦੇ ਤੇ ਕੋਈ ਅਸਰ ਨਹੀਂ ਪੈਂਦਾ। ਸਰਸਾ ਸਾਹਿਬ ਨੂੰ ਜਦੋਂ ਟੀਵੀ ਤੇ ਕਿਸੇ ਸਵਾਲ ਕਿਸੇ ਪੁੱਛਿਆ ਜੀ ਲਾਈਵ ਤੇ ਉਹਦੇ ਕੋਈ ਜਵਾਬ ਹੀ ਕੋਈ ਨਹੀਂ ਹੈਗਾ ਸੀ, ਨਹੀਂ ਜੀ ਵੇਖੋ ਜੀ ਉਹਨੇ ਉਹ ਕਰ ਤੂੰ ਵਾਟ ਨਾਉਂਸੈਂਸ। ਇਸ ਕਰਕੇ ਸਰਸਾ ਸਾਹਿਬ ਨੂੰ ਚਾਹੀਦਾ ਵਾ ਇੱਕ ਜੇ ਤੁਸੀਂ ਐਡੀ ਵੱਡੀ ਪੋਸਟ ਤੇ ਬੈਠੇ ਹੋ ਤੇ ਮੈਚਿਓਰ ਲੀਡਰ ਵਾਲੀ ਗੱਲ ਕਰੋ, ਬੱਚਿਆਂ ਦੇ ਬਿਆਨ ਦੇਖ ਕੇ ਜਿਹੜੇ ਸੀ ਸਗੋਂ ਆਪਣੀ ਬਦਨਾਮੀ ਨਾ ਕਰਾਓ ਜੀ। ਪੱਟੀ ਸਾਹਿਬ, ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਚਰਚਾ ਜਿਹੜੀ ਆ ਉਹ ਛਿੜ ਗਈ ਆ। ਹਰ ਇੱਕ ਦੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਹੋਵੇਗਾ ਕਿ ਹੁਣ ਤੀਜੀ ਧਿਰ ਉੱਭਰੇਗੀ, ਇਹਦੇ ਕਿੰਨੇ ਕੁ ਚਾਂਸ ਹੈਗੇ ਆ ਕਿ ਟਕਸਾਲੀ ਸਿੱਧੂ ਨੂੰ ਮੰਨਣਗੇ ਕਿ ਸੁਖਪਾਲ ਸਿੰਘ ਖਹਿਰਾ, ਬੈਂਸ, ਧਰਮਵੀਰ ਗਾਂਧੀ ਦੀ ਗੱਲ ਕਰ ਲਈ ਜਾਵੇ ਤਾਂ ਸਾਰੇ ਜਿੰਨੇ ਵੀ ਧਿਰ ਨੇ ਉਹ ਉਦੋਂ ਤੋਂ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਵੀ ਜਿਹੜੀ ਆ ਉਹ ਸਿੱਧੂ ਨੂੰ ਕਹਿ ਰਹੀ ਆ, ਤੇ ਕੀ ਇਹ ਸਾਰੇ ਜਾਣੇ ਇਕੱਠੇ ਹੋ ਸਕਦੇ ਆ? ਜੇ ਸਿੱਧੂ ਜਿਹੜਾ ਆ ਉਸ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ ਤਾਂ ਉਸ ਦੇ ਥੱਲੇ ਸਾਰੇ ਕੰਮ ਕਰ ਸਕਦੇ, ਕਿਉਂਕਿ ਪਿਛਲੇ ਦਿਨੀ ਸੇਵਾ ਸਿੰਘ ਸ਼ੇਖਵਾਂ ਦਾ ਵੀ ਇੱਕ ਬਿਆਨ ਆਇਆ ਸੀ, ਕੱਲ ਦੀ ਭੂਤਨੀ ਸੇਵਿਆਂ 'ਚ ਅੱਧ ਵਾਲੀ ਗੱਲ ਉਹਨਾਂ ਨੇ ਕੀਤੀ ਸੀਗੀ, ਉਸ ਚੀਜ਼ ਨੂੰ ਮੁੱਖ ਰੱਖ ਕੇ ਕੀ ਦੇਖਦੇ ਹੋ? ਵੇਖੋ ਜੀ, ਜਿਹੜੀ ਗੱਲ ਤੁਸੀਂ ਕੀਤੀ ਵੀ ਕੱਲ ਦੀ ਭੂਤਨੀ ਦੇ ਸਿਵਿਆਂ 'ਚ ਅੱਧ, ਉਹ ਉਹਨਾਂ ਬੈਂਸ ਤੇ ਟਿੱਪਣੀ ਕੀਤੀ ਜਿਹੜੀ ਇੱਕ ਸੇਵਾ ਸਿੰਘ ਸ਼ੇਖਵਾਂ ਨੂੰ ਨਹੀਂ ਕਰਨੀ ਚਾਹੀਦੀ ਸੀ। ਉਹ ਵੀ ਕੋਈ ਸਿਆਣੇ ਲੀਡਰ ਦਾ ਬਿਆਨ ਨਹੀਂ ਹੈਗਾ ਜੀ। ਇੱਕ ਪਾਸੇ ਤੁਹਾਡਾ ਉਮੀਦਵਾਰ, ਮੈਚਿਓਰ ਉਮੀਦਵਾਰ ਤੁਹਾਡਾ ਜਿਹੜਾ ਵਾ ਉਹ 10,000 ਵੋਟ ਲੈਂਦਾ ਵਾ, ਨੋਟਾਂ ਤੋਂ ਵੀ ਘੱਟ। ਦੂਜੇ ਪਾਸੇ ਬੈਂਸ 3,07,000 ਵੋਟ ਲੈਂਦੇ ਆ ਤੇ ਬਿਲਕੁਲ ਜਿੱਤਦੇ ਜਿਹੜੇ ਪਹੁੰਚ ਗਏ ਸੀ। ਉਮੀਦ ਆ ਵੀ ਅਗਲੀ ਵਾਰੀ ਉਹ ਕਬਜ਼ਾ ਕਰ ਲੈਣਗੇ ਉੱਥੇ। ਇਸ ਕਰਕੇ ਸੇਵਾ ਸਿੰਘ ਸ਼ੇਖਵਾਂ ਨੂੰ ਇਹ ਸੋਚ ਕੇ ਬਿਆਨ ਦੇਣਾ ਚਾਹੀਦਾ ਸੀਗਾ ਜੀ, ਤੇ ਮੈਂ ਸੋਚਦਾ ਉਹ ਬਾਅਦ ਦੇ ਵਿੱਚ ਜ਼ਰੂਰ ਇਸ ਗੱਲ ਨੂੰ ਪਛਤਾਏ ਹੋਣਗੇ ਤੇ ਮੈਨੂੰ ਮੀਡੀਆ 'ਚ ਜਿਹੜੀ ਉਹ ਚਰਚਾ ਦਾ ਵਿਸ਼ਾ ਨਹੀਂ ਸੀ ਬਣਨਾ ਚਾਹੀਦਾ। ਅਗਲੀ ਗੱਲ, ਜੇ ਕਿਤੇ ਸਿੱਧੂ ਸਾਹਿਬ ਇਹ ਗੱਲ ਮੰਨ ਜਾਂਦੇ ਵੀ ਆਓ ਵੀ ਆਪਾਂ ਇੱਕ ਮੰਚ ਤੇ ਇਕੱਠੇ ਹੋ ਜਾਂਦੇ ਆ ਜੀ, ਇਹ ਇੱਕ ਆਪਣਾ ਮੰਚ ਬਣਾ ਲੈਣ ਵੱਖਰਾ, ਸਿੱਧੂ ਸਾਹਿਬ ਆਪਣਾ ਮੰਚ ਬਣਾ ਕੇ ਸਾਰੀਆਂ ਜਿਹੜੀਆਂ ਵਾਢੀ ਪਾਰਟੀਆਂ ਤੁਰੀਆਂ ਫਿਰਦੀਆਂ ਇਕੱਠੀਆਂ ਕਰ ਲੈਣ, ਉਹਦੇ ਵਿੱਚ ਆਮ ਆਦਮੀ ਪਾਰਟੀ ਵੀ ਸਾਥ ਦੇਵੇਗੀ ਇਹਨਾਂ ਦਾ ਜੀ। ਜੇ ਆਮ ਆਦਮੀ ਪਾਰਟੀ ਟਕਸਾਲੀ ਆਪਣੇ ਬੈਂਸ ਹੋਰੀ, ਲੋਕ ਇਨਸਾਫ ਪਾਰਟੀ, ਫਿਰ ਖਹਿਰਾ ਸਾਹਿਬ
ਜੀ ਛੋਟੇ ਇਹ ਸਾਰੇ ਇੱਕ ਮੰਚ ਤੇ ਇਕੱਠੇ ਹੋ ਜਾਂਦੇ ਨਾ ਕਿਤੇ, ਤੇ ਮੈਂ ਸੋਚਦਾ ਇੱਕ ਬੜੀ ਵੱਡੀ ਤੀਜੀ ਤਕੜੀ ਧਿਰ ਬਣ ਸਕਦੇ ਆ। ਸਿੱਧੂ ਦਾ ਅੱਜ ਵੀ ਲੋਕਾਂ ਦੇ ਵਿੱਚ ਸਤਿਕਾਰ ਆ ਪੰਜਾਬ ਦੇ ਵਿੱਚ ਜੀ। ਅੱਜ ਵੀ ਲੋਕ ਕਹਿੰਦੇ ਆ ਵੀ ਕਦੀ ਕਿਸੇ ਪੋਲੀਟੀਸ਼ੀਅਨ ਨੇ ਆਪਣੀ ਜੇਬ ਚੋਂ ਨਿੱਕਾ ਪੈਸਾ ਨਹੀਂ ਖਰਚਿਆ ਜੀ, ਤੇ ਸਗੋਂ ਜਿਹੜੀ ਸਰਕਾਰੀ ਗੋਲਕ ਆ ਉਹਦੀ ਲੁੱਟ ਮਚਾਈ ਖਜ਼ਾਨੇ ਦੀ। ਸਿੱਧੂ ਇੱਕ ਵਾਹਿਦ ਸਕਦਾ ਜਿਹੜਾ ਇਮਾਨਦਾਰ ਵੀ ਆ ਜੀ, ਤੇ ਲੋੜ ਪੈਣ ਤੋਂ ਕਿਸੇ ਦੀ ਮਦਦ ਦੀ ਆਪਣੀ ਜੇਬ ਤੋਂ ਕਰਨ ਤੋਂ ਉਹ ਪਿੱਛੇ ਨਹੀਂ ਹਟਦਾ ਜੀ। ਇਸ ਕਰਕੇ ਸਿੱਧੂ ਸਾਹਿਬ ਬਾਰੇ ਮੈਂ ਦੋ ਚਾਰ ਜਿਹੜੇ ਬਿਆਨ ਸੁਣੇ ਸੀ ਲੋਕਾਂ ਦੇ, ਉਹ ਇਹੀ ਗੱਲ ਕਹਿੰਦੇ ਵੀ ਸਿੱਧੂ ਨੂੰ ਜਿਹੜੀ ਆ ਉਹ ਕਾਂਗਰਸ ਛੱਡ ਦੇਣੀ ਚਾਹੀਦੀ ਹੈ। ਮੈਂ ਸੋਚਦਾ ਵੀ ਅਜੇ ਸਿੱਧੂ ਸਾਹਿਬ ਕਾਂਗਰਸ ਨਹੀਂ ਛੱਡਣਗੇ। ਅਜੇ ਸਾਲ ਕਿੱਦਾਂ ਚੁੱਪ ਰਹਿ ਕੇ ਅਸਤੀਫਾ ਦੇ ਕੇ ਪਾਸੇ ਰਹਿ ਕੇ ਆਪਣਾ ਕੰਮ ਘਰ ਕਰਨਗੇ, ਤੇ ਸਾਲ ਤੋਂ ਬਾਅਦ ਜਦੋਂ ਇਲੈਕਸ਼ਨ ਦੇ ਨੇੜੇ ਆਏ ਉਦੋਂ ਫਿਰ ਇਹ ਕੋਈ ਪਟਾਕਾ ਪਾ ਸਕਦੇ ਆ ਜੀ। ਕਿਉਂਕਿ ਦੋ ਵਿਅਕਤੀ ਨੇ, ਮਨਪ੍ਰੀਤ ਸਿੰਘ ਬਾਦਲ ਤੇ ਨਵਜੋਤ ਸਿੰਘ ਸਿੱਧੂ, ਜਿਹੜੇ ਕੈਪਟਨ ਰਾਹੀਂ ਨਹੀਂ ਆਏ, ਹਾਈ ਕਮਾਂਡ ਰਾਹੀਂ ਕਾਂਗਰਸ 'ਚ ਆਏ ਨੇ ਜੀ। ਤੇ ਸਿੱਧੂ ਸਾਹਿਬ ਦੇ ਪਰਿਵਾਰ ਦੀ ਪਹਿਲਾਂ ਵੈਸੇ ਵੀ ਜਦੋਂ ਉਹਨਾਂ ਦੇ ਫਾਦਰ ਪ੍ਰਧਾਨ ਸੀ ਪਟਿਆਲੇ ਜ਼ਿਲ੍ਹਾ ਪ੍ਰਧਾਨ ਜੀ, ਉਦੋਂ ਵੀ ਕੈਪਟਨ ਪਰਿਵਾਰ ਨਾਲ ਉਹਨਾਂ ਦੀ ਆਪਸ ਵਿੱਚ ਖਹਿਬਾਜ਼ੀ ਹੈਗੀ ਸੀ ਜੀ। ਸਿੱਧੂ ਸਾਹਿਬ ਨੂੰ ਆਪਣੇ ਸੁਭਾਅ 'ਚ ਥੋੜ੍ਹੀ ਜਿਹੀ ਚੇਂਜ ਕਰਨੀ ਪਊ। ਇੱਕ ਤੇ ਜਿੱਦਪਣਾ ਛੱਡਣਾ ਪਊ, ਦੂਜੀ ਹੈਂਕੜ ਛੱਡਣੀ ਪਊ ਜੀ, ਤੇ ਤੀਜਾ ਜਿਹੜਾ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਨਾ ਉਹਨੂੰ ਥੋੜ੍ਹਾ ਜਿਹਾ ਜਿਹੜਾ ਬਦਲਣਾ ਪਊਗਾ। ਜਿਵੇਂ ਕਈ ਵਾਰੀ ਕਹਿੰਦੇ ਨਾ ਵੀ ਅੱਖੀਂ ਵੇਖੇ ਮੱਖੀ ਖਾਣੀ ਪੈਂਦੀ ਹੈ, ਉਹਨੂੰ ਅਡਾਪਟ ਕਰਨਾ ਪਊ। ਕਈ ਵਾਰੀ ਹੁੰਦਾ ਵੀ ਆਇਆ ਫਿਰ ਤੁਸੀਂ ਵੇਖ ਲਿਓ, ਠੀਕ ਹੈ ਜੀ ਇਹਨੇ ਗਲਤ ਕੰਮ ਕੀਤਾ, ਉਹਨੂੰ ਹੁਣ ਕੁਛ ਨਾ ਕਹੋ, ਮੌਕਾ ਹੁਣ ਤੈਨੂੰ ਰਗੜੋ ਵੀ ਤੂੰ ਆ ਗਲਤ ਕੀਤਾ ਸੀ। ਜੇ ਸਿੱਧਾ ਅਟੈਕ ਕਰੋਗੇ ਤੇ ਫਿਰ ਇਹ ਮੇਰੇ ਖਿਆਲ ਸਿਆਸਤ ਦਾ ਅਸੂਲ ਨਹੀਂ ਹੈਗਾ। ਸਿਆਸਤ ਕਹਿੰਦੀ ਡਿਪਲੋਮੇਸੀ ਦਾ ਕੰਮ ਕਰੋ। ਤੇ ਸਿੱਧੂ ਸਾਹਿਬ ਜੇ ਕਿਤੇ ਤੀਸਰੀ ਧਿਰ ਦੀ ਅਗਵਾਈ ਕਰ ਲੈਂਦੇ ਆ ਤੇ ਮੈਂ ਸੋਚਦਾ ਵੀ ਬਹੁਤ ਕੁਝ ਖੱਟ ਜਾਣਗੇ। ਉਹਦੇ ਨਾਲ ਅਕਾਲੀਆਂ ਨੂੰ ਪਤਾ ਲੱਗ ਜਾਂਦਾ ਸੀ ਕਿੱਥੇ ਖੜੇ ਆ, ਤੇ ਕਾਂਗਰਸ ਦਾ ਜਿਸ ਤਰੀਕੇ ਨਾਲ ਕੈਪਟਨ ਸਾਹਿਬ ਚਲਾ ਰਿਹਾ, ਮੇਰਾ ਖਿਆਲ ਵੀ ਉਹ 2022 ਦਾ ਬੇੜਾ ਕਰਕੇ ਜਾਣ ਚੰਗੀ ਜੀ। ਭੱਟੀ ਸਾਹਿਬ, ਸੀਬੀਆਈ ਨੇ ਬੇਅਦਬੀ ਦੇ ਮਾਮਲੇ ਦੇ ਵਿੱਚ ਜਾਂਚ ਜਿਹੜੀ ਆ ਉਹ ਬੰਦ ਕਰ ਦਿੱਤੀ ਆ, ਤੇ ਕੋਰਟ ਨੂੰ ਵੀ ਇੱਕ ਕਲੋਜ਼ਰ ਰਿਪੋਰਟ ਜਿਹੜੀ ਹੈ ਸੌਂਪੀ ਆ ਕਿ ਜਾਂਚ ਜਿਹੜੀ ਆ ਉਹ ਬੰਦ ਕੀਤੀ ਜਾਵੇ। ਇਸ ਦੇ ਪਿੱਛੇ ਕੁਝ ਬਿਆਨ ਜਿਹੜੇ ਆ ਰਹੇ ਆ, ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਕਰੀਏ ਤਾਂ ਉਹ ਕਹਿ ਰਹੇ ਆ ਕਿ ਬਾਦਲਾਂ ਦੇ ਕਹਿਣ ਦੇ ਉੱਤੇ ਸਾਰਾ ਕੁਝ ਹੋਇਆ ਆ, ਸੀਬੀਆਈ ਨੂੰ ਪਿੱਛੋਂ ਇੰਸਟਰਕਸ਼ਨਸ ਜਿਹੜੀਆਂ ਕੇਂਦਰ ਵੱਲੋਂ ਇਸ ਤਰ੍ਹਾਂ ਦੀਆਂ ਆਈਆਂ ਨੇ। ਤੇ ਦੂਸਰਾ ਉਹ ਬਿਆਨ ਜਾਣਬੁੱਝ ਕੇ ਦੇ ਰਿਹਾ ਜੀ ਸੀਬੀਆਈ ਨੇ ਗਲਤ ਕੀਤਾ ਜੀ, ਐਵੇਂ ਹੋਣਾ ਚਾਹੀਦਾ, ਐਵੇਂ ਹੋਣਾ ਚਾਹੀਦਾ। ਤੁਸੀਂ ਕਿਵੇਂ ਦੇਖਦੇ ਹੋ? ਸੀਬੀਆਈ ਸਰਕਾਰ ਦਾ ਤੋਤਾ ਜੀ, ਅਸੀਂ ਨਹੀਂ ਕਹਿ ਰਹੇ। ਸੁਪਰੀਮ ਕੋਰਟ ਆਫ ਇੰਡੀਆ ਨੇ ਕਿਹਾ ਜੀ ਕਿ ਸੀਬੀਆਈ ਜਿਹੜੀ ਉਹ ਸਰਕਾਰ ਦਾ ਤੋਤਾ ਜੀ, ਜਿੱਦਾਂ ਉਹ ਮੁਹਾਰਨੀ ਪੜ੍ਹਦੇ ਆ ਉਦਾਂ ਉਹ ਬੋਲੀ ਜਾਂਦਾ ਵਾ। ਹੁਣ ਜੇ ਸੌਦਾ ਸਾਹਿਬ ਦੀ ਗੱਲ ਹੀ ਐਸੀ ਗੱਲ, 1 ਜੂਨ 2015 ਨੂੰ ਪਿੰਡ ਜਵਾਹਰ ਸਿੰਘ ਵਾਲਾ ਵਿੱਚੋਂ ਸਰੂਪ ਚੋਰੀ ਹੋਇਆ, ਤੇ ਉੱਥੇ ਲਿਖ ਕੇ ਪੋਸਟਰ ਲਗਾ ਦਿੱਤੇ ਜਾਂਦੇ ਵੀ ਅਸੀਂ ਤੁਹਾਡਾ ਸਰੂਪ ਚੋਰੀ ਕੀਤਾ, ਜੇ ਜਾਓ ਲੱਭ ਤੁਸੀਂ ਲੱਭਣਾ। ਉਸ ਪਿੰਡ ਦੀ ਜਦੋਂ ਜਾਂਚ ਹੁੰਦੀ ਆ ਜੀ, ਜਾਂਚ ਤੋਂ ਬਾਅਦ ਜਿਹੜਾ ਸੀ ਅੱਧੇ ਪਿੰਡ ਦੀ ਜਾਂਚ ਹੋਣ ਤੋਂ ਬਾਅਦ ਜਿਹੜਾ ਸੀ ਰੋਕ ਦਿੱਤੀ ਜਾਂਦੀ ਹੈ। ਜਿੰਨਾ ਘਰਾਂ ਦਾ ਸਰੂਪ ਪਿਆ ਸੀ ਉੱਥੇ ਜਾਂਚ ਨਹੀਂ ਜਾਂਦੀ। ਇਹ ਸਾਡੀ ਗਲਤੀ ਸੀਗੀ ਬਾਦਲ ਸਰਕਾਰ ਦੀ। 12 ਅਕਤੂਬਰ 2015 ਨੂੰ ਉਹਦੇ ਅੰਕ ਜਿਹੜਾ ਸਰੂਪ ਚੋਰੀ ਹੋਇਆ ਸੀ ਉਹਦੇ ਅੰਗ ਪਾੜ ਕੇ ਤੇ ਗਲੀਆਂ 'ਚ ਖਿਲਾਰੇ ਜਾਂਦੇ ਆ ਜੀ। ਉਸ ਤੋਂ ਬਾਅਦ ਵਿੱਚ ਰੋਸ ਪ੍ਰਗਟ ਹੁੰਦਾ 13 ਅਕਤੂਬਰ ਨੂੰ ਫਿਰ ਜਿਹੜਾ ਸੀ ਉੱਥੇ ਇੱਕ ਮੋਰਚਾ ਲੱਗਦਾ ਸ਼ਾਂਤਮਈ, ਭਾਈ ਇਹ ਗਲਤ ਕਰ ਰਹੇ ਹੋ, ਇਹਨਾਂ ਦੋਸ਼ੀਆਂ ਨੂੰ ਫੜੋ। ਉਹਦੇ ਵਿੱਚ ਸੰਤ ਮਹਾਤਮਾ ਸਾਰੇ ਆਉਂਦੇ ਆ, ਤੇ ਸੰਤ ਮਹਾਤਮਾ ਦੇ ਗੰਦੇ ਪਾਣੀ ਦੇ ਵਿਛਾੜਾਂ ਕੀਤੀਆਂ ਜਾਂਦੀਆਂ, ਲਾਠੀਆਂ ਚਲਾਈਆਂ ਜਾਂਦੀਆਂ, ਗੋਲੀਆਂ ਚਲਾਈਆਂ ਜਾਂਦੀਆਂ। ਉੱਥੋਂ ਕੁਝ ਲੋਕ ਖਿੰਡ ਕੇ ਕੋਟਕਪੂਰਾ ਚੌਂਕ ਚਲੇ ਜਾਂਦੇ, ਕੋਟਕਪੂਰਾ ਜਾ ਕੇ ਧਰਨਾ ਲਾ ਦਿੰਦੇ, ਪੁਲਿਸ ਕਹਿੰਦੀ ਚੌਂਕ ਖਾਲੀ ਕਰ ਦਿਓ। ਉਹ ਖਾਲੀ ਕਰਕੇ ਲਾਗਲੇ ਇੱਕ ਲਿੰਕ ਰੋਡ ਦੇ ਉੱਤੇ ਜਿਹੜੀ ਉਹਨਾਂ ਦੇ ਪਿੰਡ ਨੂੰ ਜਾਂਦੀ ਹੈ ਉੱਥੇ ਬੈਠ ਜਾਂਦੇ ਆ ਜੀ। ਉੱਥੇ ਫਿਰ ਇੱਕ ਸਾਜ਼ਿਸ਼ ਦਿੱਤਾ, ਜਿਸ ਤਰ੍ਹਾਂ ਗੋਲੀਆਂ ਚੱਲਦੀਆਂ, ਉਹ ਗੋਲੀਆਂ ਚੱਲਣ ਤੋਂ ਬਾਅਦ 2 ਵਿਅਕਤੀ ਮਾਰੇ ਜਾਂਦੇ ਆ ਤੇ ਦਰਜਨ ਦੇ ਕਰੀਬ ਫੱਟੜ ਹੁੰਦੇ ਆ ਜੀ। ਸਰਕਾਰ ਫਿਰ ਟਸ ਤੋਂ ਮਸ ਨਹੀਂ ਹੁੰਦੀ। ਉਸ ਤੋਂ ਬਾਅਦ ਜਿਹੜਾ ਸੀ ਇਹ ਮਾਮਲਾ ਸੀਬੀਆਈ ਨੂੰ ਦਿੱਤਾ ਜਾਂਦਾ ਜੀ ਵੀ ਸੀਬੀਆਈ ਜਾਂਚ ਕਰੇ। ਜੋ ਸੀਬੀਆਈ ਕੋਲ ਜਾਂਦਾ ਤੇ ਸੀਬੀਆਈ ਕੁਛ ਨਹੀਂ ਕਰਦੀ। ਸੀਬੀਆਈ ਜਾਣ ਤੋਂ ਬਾਅਦ ਜਦੋਂ ਰੌਲਾ ਪੈਂਦਾ ਤੇ ਫਿਰ ਇੱਕ ਰਣਬੀਰ ਸਿੰਘ DIG ਆ ਖੱਟੜਾ, ਉਹਦੀ ਅਗਵਾਈ ਇੱਕ ਸਿੱਟ ਬਣਦੀ ਹੈ ਜੀ। ਉਹ ਸਿੱਟ ਉਹਦੀ ਜਾਂਚ ਪੜਤਾਲ ਕਰਦੀ ਹੈ ਤੇ ਜਿਹੜੀ ਸੀਬੀਆਈ ਉੱਤੇ ਮੋਹਰ ਲਾਈ ਜਾਂਦੀ ਵੀ ਠੀਕ ਹੈ ਜੀ, ਠੀਕ ਹੈ, ਤੁਸੀਂ ਠੀਕ ਕੀਤਾ ਜੀ। ਸ਼ਕਤੀ ਸਿੰਘ ਦਾ ਨਾਂ ਦਾ ਜਿਸ ਵਿਅਕਤੀ ਨੇ ਉਦੋਂ ਉੱਥੋਂ ਸਰੂਪ ਚੁੱਕਿਆ ਸੀ ਜੀ, ਚੁੱਕਣ ਤੋਂ ਬਾਅਦ ਉਹਦੇ ਅੰਗ ਪਾੜ ਕੇ ਖਿਲਾਰੇ ਸੀਗੇ ਜੀ। ਸ਼ਕਤੀ ਸਿੰਘ ਦੇ ਨਾਲ 2 ਵਿਅਕਤੀ ਹੋਰ ਫੜੇ ਜਾਂਦੇ ਤੇ ਉਹ ਆਪਣਾ ਗੁਨਾਹ ਵੀ ਮੰਨ ਜਾਂਦੇ ਤੇ ਸਰੂਪ ਵੀ ਬਰਾਮਦ ਹੋ ਜਾਂਦਾ ਜੀ। ਹੁਣ ਆ ਕੇ ਉਹ ਬੰਦੇ ਜੇਲ੍ਹ ਸਨ,
CBI ਨੇ ਆਪਣੀ ਇੱਕ ਕਲੋਜ਼ਰ ਰਿਪੋਰਟ ਦੇ ਦਿੱਤੀ ਵੀ ਸਾਨੂੰ ਇਹਦੇ ਵਿੱਚੋਂ ਕੁਝ ਮਿਲ ਨਹੀਂ ਰਿਹਾ, ਸ਼ਕਤੀ ਕੋਲ ਕੋਈ ਸਬੂਤ ਨਹੀਂ ਮਿਲ ਰਿਹਾ ਜੀ, ਇਸ ਕਰਕੇ ਅਸੀਂ ਇਹ ਕੇਸ ਬੰਦ ਕਰ ਰਹੇ ਹਾਂ। ਉਹ ਕੇਸ ਬੰਦ ਕਰਨ ਤੋਂ ਬਾਅਦ ਜਿਹੜੇ 3 ਵਿਅਕਤੀ ਫੜੇ ਸੀ ਉਹਨਾਂ ਨੂੰ ਉਹ 'ਚ ਬੇਲ ਮਿਲ ਜਾਂਦੀ ਹੈ ਜੀ, ਬੇਲ ਮਿਲ ਤੋਂ ਛੱਡ ਜਾਂਦੇ ਆ। ਸਿੱਖ ਸੰਗਤਾਂ 'ਚ ਰੋਸ ਪੈਦਾ ਹੁੰਦਾ ਵੀ ਕੈਪਟਨ ਸਰਕਾਰ ਕੀ ਕਰ ਰਹੀ ਹੈ। ਸੁਖਬੀਰ ਸਿੰਘ ਬਾਦਲ ਕੀ ਬਿਆਨ ਦਿੰਦੇ, ਉਹ ਕਹਿੰਦੇ ਜੀ ਵੇਖੋ ਅਸੀਂ ਆਪਣੀ ਕੇਂਦਰ ਸਰਕਾਰ ਨੂੰ ਕਹਾਂਗੇ ਵੀ ਜਿਹੜੀ ਇਹਨੇ ਕਲੋਜ਼ਰ ਰਿਪੋਰਟ ਦਿੱਤੀ ਹੈ CBI ਨੇ ਉਹ ਵਾਪਸ ਲਈ ਜਾਵੇ ਜੀ। ਉਹ ਵਾਪਸ ਹੁੰਦੀ ਨਹੀਂ, ਉਹਦੇ ਤੇ ਟਿੱਪਣੀ ਕਰਦੇ ਆਪਣੇ ਨਾਲ 5-6 MLA ਹੋਰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਉਹ ਇਹ ਗੱਲ ਕਹਿੰਦੇ ਵੀ ਸੁਖਬੀਰ ਸਿੰਘ ਬਾਦਲ ਜਿਹੜਾ ਵਾ ਉਹ ਮਗਰਮੱਛ ਦੇ ਹੰਝੂ ਵਹਾ ਰਿਹਾ ਵਾ ਜੀ, ਜਦੋਂ ਕਿ ਇਹ ਅਕਾਲੀਆਂ ਦੇ ਕਹਿਣ ਦੇ ਉੱਤੇ ਸੈਂਟਰ ਸਰਕਾਰ ਨੇ ਦਬਾਅ ਪਾਉਣ ਤੇ ਜਿਹੜਾ ਸੀ ਇਹ ਜਿਹੜੀ ਰਿਪੋਰਟ ਵਾਪਸ ਹੋਈ ਜੀ। ਸ਼ਾਇਦ ਤੁਹਾਨੂੰ ਪਤਾ ਹੋਏਗਾ ਮਈ 2007 ਦੇ ਵਿੱਚ ਜਦੋਂ ਸੌਦਾ ਸਾਹਿਬ ਨੇ ਆਪਣੀ ਇੱਕ ਨਕਲ ਕੀਤੀ ਸੀ ਗੁਰੂ ਸਾਹਿਬ ਦੀ ਜੀ ਜੀ ਜੀ, ਅੰਮ੍ਰਿਤ ਛਕਾਉਣ ਵਾਲੀ ਜਿਹੜੀ ਇੰਸਾ ਬਣਾਈ ਸੀ ਆਪਣੇ, ਉਹ ਕੇਸ ਵੀ ਅਕਾਲੀਆਂ ਨੇ ਵਾਪਸ ਲਿਆ ਵੋਟਾਂ ਤੋਂ ਪਹਿਲਾਂ ਕਿਉਂਕਿ ਸਾਨੂੰ ਵੋਟਾਂ ਮਿਲ ਸਕਣ, ਬਾਕੀ ਸਾਨੂੰ ਕੁਝ ਨਹੀਂ ਚਾਹੀਦਾ। ਪੱਟੀ ਸਾਹਿਬ ਇੱਕ ਗੱਲ ਮੈਨੂੰ ਵਿੱਚ ਆਉਣ ਡਈ ਹੈ ਕਿ ਹੁਣ ਵੀ ਜਿਹੜੀ ਇਹ CBI ਨੇ ਜਾਂਚ ਬੰਦ ਕੀਤੀ ਆ, ਇਹ ਅਨੁਮਾਨ ਲਾਏ ਜਾ ਰਹੇ ਆ ਕਿ ਹਰਿਆਣਾ ਦੀ ਇਲੈਕਸ਼ਨ ਨੂੰ ਮੁੱਖ ਰੱਖਦਿਆਂ ਸਾਰਾ ਕੁਝ ਕੀਤਾ ਗਿਆ ਡੇਰਾ ਪ੍ਰੇਮੀਆਂ ਨੂੰ ਖੁਸ਼ ਕਰਨ ਵਾਸਤੇ ਕਿ ਵੋਟਾਂ ਉਧਰ ਪਾਈਆਂ ਜਾਣ। ਬਿਲਕੁਲ ਠੀਕ ਕਹਿ ਰਹੇ ਤੁਸੀਂ ਜੀ। ਜਿਹੜੀ ਇਹ ਰਿਪੋਰਟ ਆ ਇੱਕ ਤੇ ਇਹਦੇ ਵਿੱਚ ਜੇ ਗਾਂ CBI ਦੀ ਜਾਂਚ ਚੱਲਦੀ ਤੇ ਉਹ 'ਚ ਅਕਾਲੀ ਦਲ ਵੀ ਆਉਣਾ ਸੀਗਾ। ਉਹਦੇ ਵਿੱਚ ਹੁਣ ਹਰਿਆਣੇ ਦੇ ਵਿੱਚ ਉਹਨਾਂ ਕਿਹਾ ਵੀ ਤੁਹਾਡੇ ਬਾਬੇ ਨੂੰ ਅਸੀਂ ਬੇਲ ਤੇ ਦਵਾ ਨਹੀਂ ਸਕੇ, ਪੈਰੋਲ ਤੇ ਦਵਾ ਨਹੀਂ ਸਕੇ, ਰੌਲਾ ਜ਼ਿਆਦਾ ਪੈ ਗਿਆ, ਲੇਕਿਨ ਤੁਹਾਡਾ ਪੰਜਾਬ ਵਾਲਾ ਕੇਸ ਜਿਹੜਾ ਉਹ ਖਾਰਜ ਕਰਾ ਦਿੰਦੇ। ਹੁਣ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਜਿਹੜੇ ਹੈਗੇ ਨੇ ਪਰਮਜੀਤ ਸਿੰਘ ਜੱਜੇਆਣੀ ਜੀ, ਉਹਨੇ ਅੱਜ ਡਿਮਾਂਡ ਕੀਤੀ ਹੈ ਵੀ ਇਹ ਜਿਹੜੀਆਂ 3 FIR ਦਰਜ ਹੋਈਆਂ ਕੋਟਕਪੂਰੇ ਦੀਆਂ ਜੀ, ਇਹਨਾਂ ਦੀ ਜਾਂਚ ਵੀ ਸਿੱਟ ਦਿੱਤੀ ਜਾਵੇ, CBI ਦੀ ਕਲੋਜ਼ਰ ਰਿਪੋਰਟ ਵਾਪਸ ਲਈ ਜਾਵੇ। ਉਹਨਾਂ ਵੀ ਦੋਸ਼ ਲਾਇਆ ਵੀ ਅਕਾਲੀਆਂ ਤੇ ਕੈਪਟਨ ਰਲੇ ਨੇ, ਇਹ ਰਲ ਕੇ ਇਹਨੂੰ ਸਾਰਾ ਕਾਲਾ ਮਾਲਾ ਕਰਨਾ ਚਾਹੁੰਦੇ ਆ ਕਿਉਂਕਿ ਬਾਦਲ ਪਰਿਵਾਰ ਨੂੰ ਬਚਾਉਣਾ ਚਾਹੁੰਦੇ ਆ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਉਹ ਕਲੋਜ਼ਰ ਰਿਪੋਰਟ ਵਾਪਸ ਹੋਏਗੀ ਜਾਂ ਨਹੀਂ। ਮੇਰੇ ਖਿਆਲ ਜੀ ਉਹ ਕਲੋਜ਼ਰ ਰਿਪੋਰਟ ਤੇ ਵਾਪਸ ਨਹੀਂ ਹੋਏਗੀ। ਜਿੰਨੀ ਕਿ ਕਾਰਵਾਈ ਹੁਣ ਕੋਟਕਪੂਰਾ ਤੇ ਬਹਿਬਲ ਕਦਮ ਜੀ ਐਸੈਟ ਕਰੇਗੀ, ਉਹ ਵੀ ਅਜੇ ਮੈਂ ਸੋਚਦਾ ਵੀ ਦਿਨ ਪ੍ਰਤੀ ਦਿਨ ਜਿਹੜੀ ਲਮਕਾਇਆ ਜਾ ਰਿਹਾ ਉਹਨੂੰ ਵੀ ਤਾਂ ਕਿ ਕਿਸੇ ਨੂੰ ਫਾਇਦਾ ਹੋ ਸਕੇ। ਤੇ ਜੇ ਇਦਾਂ ਕੰਮ ਚੱਲਦਾ ਰਿਹਾ ਤੇ ਫਿਰ ਇਨਸਾਫ ਮਿਲਣ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ। ਇਹਦੇ ਵਿੱਚ ਸਿੱਧੂ ਸਾਹਿਬ ਨੇ ਉਦੋਂ 28 ਅਗਸਤ 2018 ਨੂੰ ਵਿਧਾਨ ਸਭਾ ਦੇ ਵਿੱਚ ਮੈਨੂੰ ਯਾਦ ਤੇ ਕੋਈ ਕਾਲਾ ਕੁੜਤਾ ਪਾਇਆ ਸੀਗਾ, ਇਹ ਝੋਲੀ ਅੱਡ ਕੇ ਕਿਹਾ ਸੀ ਵੀ ਵੇਖੋ ਜੀ ਜਿਹੜੀ ਗੁਰੂ ਦੀ ਬੇਅਦਬੀ ਹੋਈ ਆ ਇਹਦਾ ਇਨਸਾਫ ਸਾਡੀ ਝੋਲੀ ਪਾ ਦਿਓ। 4-5 ਮੰਤਰੀਆਂ ਹੋਰ ਨੇ ਵੀ ਕਿਹਾ ਸੀ ਮੁੱਖ ਮੰਤਰੀ ਸਾਹਿਬ ਨੂੰ। ਇਹ ਤੇ 2 ਕਮਿਸ਼ਨ ਬਣ ਚੁੱਕੇ ਨੇ, ਸਿੱਟ ਬਣ ਚੁੱਕੀ ਆ, ਅੱਗੇ ਪਤਾ ਨਹੀਂ ਮਾਂ ਸਿੱਟ ਬਣੀ ਹੈ, ਕੀ ਬਣਨਾ ਕੀ ਨਹੀਂ ਪਤਾ, ਲੇਕਿਨ ਹਾਲੇ ਤੱਕ ਕੋਈ ਇਨਸਾਫ ਦੀ ਪੂਰੀ ਆਸ ਨਹੀਂ ਦਿਖਾਈ ਦੇ ਰਹੀ। ਜੀ ਭੱਟੀ ਸਾਹਿਬ, ਅੰਤਲਾ ਸਵਾਲ, ਬਲਵਿੰਦਰ ਸਿੰਘ ਜੌੜਾ ਸਿੰਘਾ ਜਿਹੜੇ ਕਿ ਧਰਮ ਪ੍ਰਚਾਰ ਦੇ ਸਕੱਤਰ ਨੇ, ਉਹਨਾਂ ਨੂੰ ਜਥੇਦਾਰ ਬਣਾਉਣ ਦੀ ਚਰਚਾ ਜਿਹੜੀ ਚੱਲ ਰਹੀ ਹੈ, ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਕਿਹਾ ਜਾ ਰਿਹਾ ਕਿ ਪਟਨਾ ਸਾਹਿਬ ਵਾਸਤੇ ਵੀ ਜਿਹੜਾ SGPC ਨੂੰ ਕੋਈ ਜਥੇਦਾਰ ਨਹੀਂ ਮਿਲ ਰਿਹਾ ਤੇ ਅਕਾਲ ਤਖਤ ਦੇ ਉੱਤੇ ਵੀ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਦੇ ਤੌਰ ਦੇ ਉੱਤੇ ਸੇਵਾਵਾਂ ਜਿਹੜੀਆਂ ਉਹ ਨਿਭਾ ਰਹੇ ਆ। ਜਿੱਥੋਂ ਤੱਕ ਬਲਵਿੰਦਰ ਸਿੰਘ ਜੌੜਾ ਸਿੰਘ ਦੀ ਗੱਲ ਕੀਤੀ ਜਾਂਦੀ ਆ ਜੀ, ਮੈਂ ਸੋਚਦਾ ਇਹ ਟੇਬਲ ਨਿਊਜ਼ ਬਣਾਈ ਕੀ ਲੱਗਦੀ। ਨਾ ਤੇ ਇਹੋ ਜਿਹੀ ਗੱਲ ਕੋਈ ਚੱਲਦੀ ਆ ਤੇ ਨਾ ਇਹੋ ਜਿਹੀ ਕੋਈ ਆਸ ਤੇ ਨਾ ਇਸ ਤਰ੍ਹਾਂ ਅੱਜ ਤੱਕ ਕਦੀ ਹੋਇਆ। ਅੱਜ ਦੀ ਡੇਟ ਵਿੱਚ ਵੀ ਬਲਵਿੰਦਰ ਸਿੰਘ ਜੌੜਾ ਸਿੰਘਾ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਆ, ਸੈਕਟਰੀ ਦੇ ਅਹੁਦੇ ਤੇ ਬੈਠਾ ਵਾ ਜੀ। ਤੇ ਮੈਂ ਸੋਚਦਾ ਵੀ ਇਹਦੇ ਮਗਰ ਜਿਹੜੀ ਆਪਣੇ ਲੋਂਗੋਵਾਲ ਸਾਹਿਬ ਜੀ, ਉਹਨਾਂ ਨੂੰ ਸਪਸ਼ਟੀਕਰਨ ਜ਼ਰੂਰ ਦੇਣਾ ਚਾਹੀਦਾ ਵਾ ਵੀ ਕੀ ਇਹ ਸੱਚ ਆ। ਬਲਵਿੰਦਰ ਸਿੰਘ ਜੌੜਾ ਸਿੰਘਾ ਜਿਹੜਾ ਵਾ ਗਿਆਨੀ ਹਰਪ੍ਰੀਤ ਸਿੰਘ ਨੂੰ ਨਾ ਤਾਂ ਸਿਆਣਾ ਵਾ ਤੇ ਨਾ ਉਹਨਾਂ ਵਾਂਗੂ ਕੰਮ ਕਰਨਾ ਜਾਣਦਾ ਵਾ ਜੀ, ਕਿ ਉਹਨਾਂ ਨੇ ਪਹਿਲਾਂ ਵੀ ਜਥੇਦਾਰ ਰਹੇ ਨੇ ਉੱਥੇ ਆਪਣੇ ਦਮਦਮਾ ਸਾਹਿਬ, ਫਿਰ ਕਾਰਜਕਾਰੀ ਜਥੇਦਾਰ ਆਇਆ ਉਹਨਾਂ ਦੇ ਉੱਥੇ। ਅਜੇ ਤੱਕ ਉਹਨਾਂ ਦੇ ਕਿਸੇ ਵੀ ਬਿਆਨ ਦੇ ਉੱਤੇ ਜਾਂ ਕਿਸੇ ਵੀ ਕੰਮ ਤੇ ਕੋਈ ਕੰਟਰੋਵਰਸੀ ਨਹੀਂ ਛਿੜੀ। ਇਸ ਤੋਂ ਜਿਹੜੇ ਪਿਛਲੇ ਜਥੇਦਾਰ ਹੋਏ ਆ ਉਹਨਾਂ ਦੇ ਥੋੜੇ ਸਮੇਂ ਤੇ ਜਿਹੜੀ ਸੀ ਕਈ ਬਿਆਨਾਂ ਉੱਤੇ ਜਿਹੜੀ ਕੰਟਰੋਵਰਸੀ ਛਿੜ ਗਈ ਸੀ ਜੀ, ਲੇਕਿਨ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਬਿਆਨਬਾਜ਼ੀ ਬੜੀ ਘੱਟ ਕੀਤੀ ਹੈ। ਘੱਟ ਕਰਨ ਦਾ ਕੰਟਰੋਲ ਵੀ ਰੱਖਿਆ ਵਾ ਜੀ। ਆਮ ਜਿਹੜੀਆਂ ਸੰਗਤਾਂ ਜਾਂਦੀਆਂ ਉੱਥੇ ਮਿਲਣ ਵਾਲੀ ਨੂੰ ਕਹਿੰਦੇ ਭਾਈ ਥੋੜਾ ਸੈੱਟ ਹੋਣ ਦਿਓ, ਕੰਮ ਕਰ ਦਿਓ ਸਾਨੂੰ ਜੀ, ਚੰਗੀ ਗੱਲ ਆ। ਗਿਆਨੀ ਹਰਪ੍ਰੀਤ ਸਿੰਘ ਦੇ ਕਰਕੇ ਹੀ ਆ ਵੀ ਜਿਹੜਾ ਸਰਕਾਰ ਤੇ ਸ਼੍ਰੋਮਣੀ ਕਮੇਟੀ ਮਿਲ ਕੇ ਮਨਾਉਣ ਦੀ ਗੱਲ ਕਰਦੀ ਹੈ, ਗਿਆਨੀ ਹਰਪ੍ਰੀਤ ਕਰਕੇ ਆ ਜੀ।
ਤੇ ਬਲਵਿੰਦਰ ਸਿੰਘ ਜਵਾੜਾ ਹੋਰੀ ਤੇ ਭੋਲੇ ਬੰਦੇ ਨੇ ਜੀ। ਉਹਨਾਂ 'ਚ ਮੈਂ ਸੂਰਤਾਂ ਵੀ ਭਾਵੇਂ ਲਿਆਕਤ ਜ਼ਰੂਰ ਹੋਵੇ ਲੇਕਿਨ ਜਥੇਦਾਰ ਕਰਨ ਦੀ ਸਮਰੱਥਾ ਉਹਨੂੰ ਦਿਖਾਈ ਨਹੀਂ ਦਿੰਦੀ ਜੀ। ਸੋ ਬਿਲਕੁਲ ਇਹ ਸਨ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ, ਜਿਨ੍ਹਾਂ ਨੇ ਵਿਸਥਾਰਤ ਤੌਰ ਦੇ ਉੱਤੇ ਖਬਰਾਂ ਦੇ ਉੱਤੇ ਚਰਚਾ ਜਿਹੜੀ ਹੈ ਉਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨਾਲ ਸਾਂਝੀ ਕੀਤੀ ਆ ਤੇ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਚਰਚਾ ਪਸੰਦ ਵੀ ਆਈ ਹੋਏਗੀ। ਫਿਰ ਹੋਵਾਂਗੇ ਤੁਹਾਡੇ ਸਨਮੁਖ ਹਾਜ਼ਰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਇੱਥੇ ਇਜਾਜ਼ਤ ਚਾਹੁੰਦੇ ਹਾਂ, ਬੁਲਾਉਂਦੇ ਹਾਂ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ